ਅੰਦੋਲਨਕਾਰੀ ਕਿਸਾਨ ਨੇਤਾਵਾਂ ਨੇ ਹੁਣ ਮੌਨਸੂਨ ਸੈਸ਼ਨ ਦੇ ਦੌਰਾਨ ਸੰਸਦ ਦਾ ਰੋਜ਼ਾਨਾ ਘਿਰਾਓ ਕਰਨ ਦਾ ਫੈਸਲਾ ਲਿਆ ਹੈ ਤੇ ਨਵੀਂ ਸਿਆਸਤ ਸ਼ੁਰੂ ਕਰ ਦਿੱਤੀ ਹੈ। ਮੌਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ ਉਹ 17 ਜੁਲਾਈ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਦੇ ਘਰਾਂ ਤੇ ਜਾਣਗੇ ਤੇ ਉਹਨਾਂ ਨੂੰ ਮੰਗ ਪੱਤਰ ਸੌਂਪਣਗੇ। ਚੇਤਾਵਨੀ ਦੇਣਗੇ ਕਿ ਸੰਸਦ ਦੇ ਵਿੱਚ ਜਾਂ ਆਪਣੀ ਚੁੱਪੀ ਤੋੜਨ ਤੇ ਜਾਂ ਫਿਰ ਸੀਟ ਛੱਡ ਦੇਣ। ਇਸ ਦੇ ਬਾਅਦ 13 ਅਗਸਤ ਤੱਕ ਸੰਸਦ ਦਾ ਸੈਸ਼ਨ ਚੱਲਣ ਤੱਕ ਹਰ ਦਿਨ ਕਿਸਾਨ ਸੰਗਠਨ ਦੇ 5-5 ਮੈਂਬਰ ਮਿਲਾ ਕੇ ਕੁੱਲ 200 ਲੋਕ ਇਕੱਠਾ ਹੋਣਗੇ ਅਤੇ ਸੰਸਦ ਵੱਲ ਕੂਚ ਕਰਨਗੇ। ਇਸ ਐਲਾਨ ਦੇ ਬਾਅਦ ਇੱਕ ਵਾਰ ਫਿਰ ਕਿਸਾਨਾਂ ਤੇ ਆਮ ਜਨਤਾ ਦੇ ਮਨ ਦੇ ਵਿੱਚ ਸਵਾਲ ਉੱਠਣ ਲੱਗੇ ਨੇ। ਰੋਜ਼ਾਨਾ ਸੰਸਦ ਦਾ ਘਿਰਾਓ ਕਰਨ ਨਾਲ ਉਹ ਟੀਵੀ ਚੈਨਲਾਂ ਦੇ ਲਈ ਇੱਕ ਖਬਰ ਤਾਂ ਬਣ ਸਕਦੇ ਨੇ, ਪਰ ਕੀ ਉਹ ਜਨਤਾ ਦੀ ਨਿਗਾਹ ਦੇ ਵਿੱਚ ਉੱਠ ਜਾਣਗੇ? ਇਹ ਸਵਾਲ ਜਨਤਾ ਅਤੇ ਕਿਸਾਨਾਂ ਤੋਂ ਹੈ ਕਿ ਕੀ ਕਿਸਾਨ ਨੇਤਾਵਾਂ ਨੂੰ ਇਹ ਸ਼ੋਭਾ ਦਿੰਦਾ ਹੈ? ਅਜਿਹਾ ਵਿਰੋਧ ਸਿਆਸੀ ਲੋਕਤਾ ਕਰਨ ਮੰਨਿਆ ਵੀ ਜਾ ਸਕਦਾ ਹੈ। ਦੂਜਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਕੁਝ ਕਿਸਾਨ ਨੇਤਾ ਰੋਜ਼ਾਨਾ ਸਰਕਾਰ ਨੂੰ ਧਮਕੀ ਦੇ ਕੇ ਖੁਦ ਨੂੰ ਵੱਡਾ ਕਿਸਾਨ ਨੇਤਾ ਸਾਬਤ ਕਰਨ ਦੀ ਹੋੜ 'ਚ ਜੁਟੇ ਹੋਏ ਨੇ, ਕੀ ਇਹ ਉਚਿਤ ਹੈ? ਕੀ ਇਹ ਸਿਆਸਤ ਨਹੀਂ ਹੈ? ਦਿੱਲੀ ਤੋਂ ਕਲਕੱਤਾ ਤੱਕ ਭੱਜਦੇ ਫਿਰ ਰਹੇ ਇਹਨਾਂ ਦੇ ਵਿੱਚੋਂ ਇੱਕ ਪ੍ਰਧਾਨ ਦੀ ਰਾਜਨੀਤੀ ਤਾਂ ਖੁੱਲ੍ਹ ਕੇ ਸਾਹਮਣੇ ਹੀ ਆ ਚੁੱਕੀ ਹੈ। ਖੁਦ ਉਹ ਯੂਪੀ 'ਚ 7 ਵਾਰ ਚੋਣਾਂ ਲੜ ਚੁੱਕੇ ਨੇ ਅਤੇ 7 ਵਾਰ ਹਾਰੇ ਨੇ। ਅਜਿਹੇ ਹੀ ਕੁਝ ਹੋਰ ਨਾਮ ਵੀ ਨੇ ਜਿਨ੍ਹਾਂ ਦੇ ਬਾਰੇ ਚੋਣ ਲੜਨ ਦੀਆਂ ਚਰਚਾਵਾਂ ਨੇ। ਇਹਨਾਂ ਵਿੱਚੋਂ ਕੌਣ ਇਲੈਕਸ਼ਨ ਦੀ ਤਿਆਰੀ ਕਰ ਰਿਹਾ ਹੈ, ਦੈਨਿਕ ਸਵੇਰਾ ਇਹ ਗੱਲ ਜਲਦੀ ਉਜਾਗਰ ਕਰੇਗਾ। ਸਾਰਿਆਂ ਨੂੰ ਪਤਾ ਹੈ ਕਿ 3 ਕਾਨੂੰਨ ਬਿਲਕੁਲ ਠੀਕ ਨੇ, ਆਮ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਪ੍ਰਮੁੱਖ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਵੀ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸਾਫ਼ ਤੌਰ ਤੇ ਕਹਿ ਚੁੱਕੇ ਨੇ ਕਿ ਇਹ ਕਾਨੂੰਨ ਰੱਦ ਨਹੀਂ ਹੋਣੇ ਚਾਹੀਦੇ, ਬਲਕਿ ਜਿਨ੍ਹਾਂ ਪ੍ਰਸਤਾਵਾਂ ਤੇ ਇਤਰਾਜ਼ ਹੈ ਉਹਨਾਂ ਤੇ ਕਿਸਾਨਾਂ ਨੂੰ ਸਰਕਾਰ ਦੇ ਨਾਲ ਗੱਲਬਾਤ ਦੇ ਆਧਾਰ ਤੇ ਸੁਧਾਰ ਕਰ ਲੈਣਾ ਚਾਹੀਦਾ ਹੈ। ਦੇਸ਼ ਦੇ ਵੱਡੇ ਕ੍ਰਿਸ਼ੀ ਅਰਥਸ਼ਾਸਤਰੀ ਮੰਨਦੇ ਨੇ ਕਿ ਇਹ ਕਾਨੂੰਨ ਭਾਰਤੀ ਖੇਤੀਬਾੜੀ ਅਤੇ ਕਿਸਾਨਾਂ ਦੇ ਲਈ ਉਸੇ ਤਰ੍ਹਾਂ ਕ੍ਰਾਂਤੀਕਾਰੀ ਸਾਬਤ ਹੋਣਗੇ ਜਿਸ ਤਰੀਕੇ ਦੇ ਨਾਲ 1991 ਦੇ ਵਿੱਚ ਆਰਥਿਕ ਸੁਧਾਰਾਂ ਨੇ ਭਾਰਤੀ ਉਦਯੋਗ ਵਪਾਰ 'ਚ ਸਾਲਾਂ ਤੋਂ ਬੰਦ ਪ੍ਰਗਤੀ ਦੇ ਰਸਤੇ ਖੋਲ੍ਹੇ ਸਨ। ਬਹਿਰਹਾਲ ਸੰਸਦ ਦਾ ਰੋਜ਼ਾਨਾ ਘਿਰਾਵ ਕਰਨ ਸੰਬੰਧੀ ਐਲਾਨ ਇੱਕ ਵਾਰ ਫਿਰ ਇਹ ਸਿੱਧ ਹੋ ਗਿਆ ਕਿ ਕਿਸਾਨ ਨੇਤਾ ਭੋਲੇ ਭਾਲੇ ਕਿਸਾਨਾਂ ਦੀਆਂ ਨਜ਼ਰਾਂ 'ਚ ਖੁਦ ਨੂੰ ਕਿਸੇ ਤਰ੍ਹਾਂ ਰੈਲੀਵੈਂਟ ਬਣਾਏ ਰੱਖਣਾ ਚਾਹੁੰਦੇ ਨੇ। ਉਹਨਾਂ ਦਾ ਮਕਸਦ ਕਿਸੇ ਤਰ੍ਹਾਂ ਅੰਦੋਲਨ ਨੂੰ ਜਾਰੀ ਰੱਖਣਾ ਹੈ। ਅੰਦੋਲਨ ਦਾ ਮਕਸਦ ਚਾਹੇ ਭਾੜ ਦੇ ਵਿੱਚ ਜਾਏ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਸ ਲਈ ਅੰਦੋਲਨ ਸ਼ੁਰੂ ਹੋਇਆ ਉਸ ਤੇ ਗੱਲਬਾਤ ਕੀਤੀ ਜਾਵੇ। ਪ੍ਰਧਾਨ ਮੰਤਰੀ ਕਹਿ ਚੁੱਕੇ ਨੇ ਕਿ ਕਿਸਾਨਾਂ ਦੇ ਲਈ ਸਰਕਾਰ ਦਾ ਇੱਕ ਫੋਨ ਕਾਲ ਦੀ ਹੀ ਬਸ ਦੂਰੀ ਹੈ। ਕੇਂਦਰੀ ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਤੋਮਰ ਵੀ ਵਾਰ-ਵਾਰ ਕਹਿ ਚੁੱਕੇ ਨੇ ਕਿ ਸਰਕਾਰ ਦੇ ਦਰਵਾਜ਼ੇ ਗੱਲਬਾਤ ਦੇ ਲਈ ਅੱਧੀ ਰਾਤ ਨੂੰ ਵੀ ਖੁੱਲ੍ਹੇ ਹੋਏ ਨੇ। ਕਿਸਾਨ ਨੇਤਾ ਕਾਨੂੰਨ ਰੱਦ ਕਰਨ ਦੀ ਮੰਗ ਤੇ ਨਾ ਅੜੇ ਰਹਿਣ, ਬਲਕਿ ਇਹਨਾਂ ਪ੍ਰਾਵਧਾਨਾਂ ਤੇ ਠੋਸ ਤੱਥਾਂ ਦੇ ਆਧਾਰ ਤੇ ਆਪਣੇ ਇਤਰਾਜ਼ ਨੂੰ ਪ੍ਰਸਤਾਵ ਬਣਾ ਕੇ ਅੱਗੇ ਆਉਣ। ਸਰਕਾਰ ਇਹਨਾਂ ਕਾਨੂੰਨਾਂ ਦੇ ਇੱਕ-ਇੱਕ ਪੈਰਾ ਅਤੇ ਇੱਕ-ਇੱਕ ਲਾਈਨ ਤੇ ਗੱਲਬਾਤ ਲਈ ਰਾਜ਼ੀ ਹੈ। ਜੋ ਵੀ ਠੋਸ ਸੁਝਾਅ ਮਿਲਣਗੇ ਸਰਕਾਰ ਉਹਨਾਂ ਨੂੰ ਸੁਣੇਗੀ ਅਤੇ ਉਚਿਤ ਕਦਮ ਉਠਾਏਗੀ। ਆਮ ਸਮਝ ਵੀ ਕਹਿੰਦੀ ਹੈ ਕਿ ਜੋ ਕੰਮ ਇੰਨਾ ਆਸਾਨ ਹੈ ਉਸ ਤੇ ਕਿਸਾਨ ਆਗੂ ਗੱਲਬਾਤ ਕਿਉਂ ਨਹੀਂ ਕਰਦੇ? ਕਿਉਂ ਨਹੀਂ ਉਹ ਆਪਣੀਆਂ ਆਪੱਤੀਆਂ ਨੂੰ ਠੋਸ ਤੱਥਾਂ ਦੇ ਆਧਾਰ ਤੇ ਭਾਰਤ ਦੀ ਆਮ ਜਨਤਾ ਅਤੇ ਭੋਲੇ ਭਾਲੇ ਕਿਸਾਨਾਂ ਨੂੰ ਦੱਸਦੇ? ਕਿਉਂ ਨਹੀਂ ਸਰਕਾਰ ਨੂੰ ਕਹਿੰਦੇ ਕਿ ਇਹ ਰਹੇ ਸਾਡੇ ਸੰਸ਼ੋਧਨ, ਇਹਨਾਂ ਤੇ ਗੱਲ ਕਰੋ ਤੇ ਇਹਨਾਂ ਨੂੰ ਕਾਨੂੰਨਾਂ ਵਿੱਚ ਸ਼ਾਮਲ ਕਰੋ? ਇਸ ਤੇ ਜੇਕਰ ਸਰਕਾਰ ਨਾ ਮੰਨੇ ਤਾਂ ਵੀ ਸਮਝਿਆ ਜਾ ਸਕਦਾ ਹੈ। ਸਾਰੇ ਜਾਣਦੇ ਨੇ ਕਿ ਮੇਜ਼ ਤੇ ਆਮੋ ਸਾਹਮਣੇ ਬੈਠ ਕੇ ਠੋਸ ਤੱਥਾਂ ਤੇ ਆਧਾਰਿਤ ਪ੍ਰਸਤਾਵਾਂ ਤੇ ਗੱਲਬਾਤ ਹੀ ਇੱਕ ਮਾਤਰ ਸਮਾਧਾਨ ਹੈ। ਕਿਸਾਨ ਨੇਤਾ ਇਸ ਵਿੱਚ ਜਿੰਨੀ ਦੇਰੀ ਕਰਨਗੇ ਉਨਾ ਹੀ ਨੁਕਸਾਨ ਆਮ ਕਿਸਾਨਾਂ ਦਾ ਹੈ, ਜਿਵੇਂ ਕਿ ਹੁੰਦਾ ਹੀ ਰਿਹਾ ਹੈ। ਅਜਿਹੇ ਅੰਦੋਲਨਾਂ ਵਿੱਚ ਕੁਝ ਨੇਤਾਵਾਂ ਦੀ ਨੇਤਾਗਿਰੀ ਜ਼ਰੂਰ ਚਮਕ ਜਾਂਦੀ ਹੈ। ਜੇਕਰ ਇਹੀ ਇਹਨਾਂ ਦਾ ਮਕਸਦ ਹੈ ਤਾਂ ਇਸ ਨਾਲ ਆਮ ਕਿਸਾਨਾਂ ਅਤੇ ਕਿਸਾਨ ਅੰਦੋਲਨ ਦਾ ਮਕਸਦ ਪੂਰਾ ਨਹੀਂ ਹੋਵੇਗਾ।